अस्सलामुअलैकुम वालेकुम सलाम भाईजान, अपना मुकम्मल तारफ करायो। जी। मैं भाबड़े वाले का रहने वाला हूँ। सियालकोट ਦੇ ਵਿੱਚ ਭਾਬੜੇ ਵਾਲਾ ਇੱਕ ਛੋਟਾ ਜਿਹਾ ਗਾँव ਹੈ। इसमें ग्रामी ना की ਤੁਹਾਡਾ ਗੁਲਾਮ ਅਲੀ। ਗੁਲਾਮ ਅਲੀ ਤੇ ਪਿਆਰ ਨਾਲ ਤੁਹਾਨੂੰ ਕੀ ਕਹਿੰਦੇ ਨੇ? ਸ਼ਾਹਰੁਖ ਗੁਜਰ ਗਏ ਨੇ। ਸ਼ਾਹਰੁਖ ਗੁਜਰ। ਅੱਛਾ ਜੀ, ਮਾਸ਼ਾਅੱਲਾ ਅਸੀਂ ਸੁਣਿਆ ਤੁਹਾਡੇ ਬਾਰੇ ਕਿ ਤੁਸੀਂ ਗੁਜਰਾਂ ਦੀ ਸ਼ਾਨ ਹੋ ਇਸ ਇਲਾਕੇ 'ਚ। ਕੁਝ ਦੇਸੀ ਇਲਾਜ ਅਸੀਂ ਪੁੱਛਾਂਗੇ ਤੁਹਾਡੇ ਕੋਲ। ਸਭ ਤੋਂ ਪਹਿਲੇ ਜਿਹੜਾ ਮੇਨ ਮਸਲਾ ਆ ਰਿਹਾ ਨਾ, ਉਹ ਥਣਾ ਦਾ ਮਸਲਾ ਆ ਰਿਹਾ। ਥਣ ਦੇ ਵਿੱਚ ਸਾੜੂ ਹੈ, ਮੀਟਕੀ ਹੈ, ਧਾਰ ਜਿਹੜੀ ਖਰਾਬ ਹੋ ਜਾਂਦੀ ਹੈ, ਬਰੀਕ ਧਾਰ ਹੋ ਜਾਂਦੀ ਹੈ ਜਾਂ ਧਾਰ ਫਟ ਜਾਂਦੀ ਹੈ। ਉਹਦੇ ਵਿੱਚ ਬਾਅਦ ਕਦ ਗਿਲਟੀ ਬਣ ਜਾਂਦੀ ਹੈ ਜਾਂ ਥਣ ਸੜ ਜਾਂਦਾ ਯਾਨੀ ਉਤੋਂ ਤੱਕ ਚੜ ਜਾਂਦਾ ਹੈ। ਇਹਨਾਂ ਦੇ ਬਾਰੇ ਜ਼ਰਾ ਰੋਸ਼ਨੀ ਪਾਓ ਕਿ ਇਹ ਬਿਮਾਰੀਆਂ ਕੀ ਨੇ, ਇਹਦੀ ਵਜੂਹਾਤ ਕੀ ਨੇ ਔਰ ਇਲਾਜ ਕੀ ਕਰੀਏ। ਸਭ ਜੀ ਇੱਕ ਹੁੰਦੀ ਚੰਦਰੀ। ਜਦੋਂ ਮੀਟਗੀ ਹੋਏ ਨਾ, ਕੋਈ ਵੀ ਮੀਟਗੀ ਜਦੋਂ ਡੰਗਰ ਦੇ ਥਣ ਹੋ ਜਾਂਦੀ ਹੈ ਨਾ, ਤੇ ਫਿਰ ਉਹਨੂੰ ਜ਼ਖਮ ਜਾਂ ਸੋਜ ਹੁੰਦੀ ਹੈ। ਅਗਰ ਜ਼ਖਮ ਹੋਏ ਤਾਂ ਸਹੀ ਹੋ ਜਾਂਦਾ, ਜੇ ਜ਼ਖਮ ਨਾ ਹੋਏ ਤੇ ਫਿਰ ਉਹ ਚੰਦਰੀ ਪੈ ਕੇ ਸੁੱਜ ਕੇ ਫਿਰ ਉਹ ਥਣ ਦਾ ਜਾਂਦਾ ਰਹਿੰਦਾ। ਉਹ ਨਹੀਂ ਫਿਰ ਇਹ ਮੁਕੱਦਰਾਂ ਦੀ ਬਾਤ ਹੁੰਦੀ ਸਾਰੀ। ਅੱਛਾ। ਹਾਂਜੀ। ਤੇ ਅਗਰ ਜੇ ਜ਼ਖਮ ਹੋਏ ਨਾ ਤੇ ਫਿਰ ਉਹ ਜ਼ਖਮ ਦੀ ਕੇਅਰ ਕਰਕੇ ਉਹਨੂੰ ਸਹੀ ਕਰ ਲੈਂਦਾ ਬੰਦਾ। ਮੀਟਗੀ ਵੀ ਨਿਕਲ ਜਾਂਦੀ, ਮੀਟਗੀ ਨਹੀਂ ਰਹਿੰਦੀ। ਮੀਟਗੀ ਦੇ ਜਦੋਂ ਡੰਗਰ ਸੂਣ ਤੋਂ 2-3 ਯਾਨੀ ਕਿ ਕੋਈ ਮਹੀਨਾ ਕੁ ਪਹਿਲੇ ਲਾ ਲਓ, ਉਹਨੂੰ ਚੀਨੀ ਤੇ ਟਾਟਰੀ ਅੱਛਾ ਉਹ ਇੱਕ ਵਾਰੀ ਦੇਖ ਲਓ ਤੇ ਬਾਅਦ ਨਿੰਬੂ ਦੇ ਦਿਓ, ਐਵੇਂ ਬਿਲਕੁਲ ਇੱਕ ਚਮਚ। ਇੱਕ ਚਮਚ ਚੀਨੀ, ਇੱਕ ਚਮਚ ਨਹੀਂ, ਟਾਟਰੀ। ਚੀਨੀ ਜਿਹੜੀ ਉਹ ਇੱਕ ਚਮਚ ਪਾਣੀ ਤੇ ਪਾ ਚੀਨੀ ਪਾਣੀ। ਟਾਟਰੀ ਇੱਕ ਚਮਚ ਤੇ ਚੀਨੀ ਪਾ ਤੇ ਇਹਨੂੰ ਮਿਕਸ ਕਰ ਲੈਣਾ। ਇਹਨੂੰ ਇੰਝ ਹੀ ਕਾਗਜ਼ ਦੇ ਵਿੱਚ ਅਖਬਾਰ 'ਚ ਧਾਰ ਕੇ ਉਹਦੇ ਅੰਦਰ ਦੇ ਦੇਣੀ। ਤੇ ਇਹ ਉਹਦੇ ਜਦੋਂ ਪੱਠੇ ਖਾ ਲੇ ਫੇਰ ਦੇਣੀ ਹੈ। ਹਾਂ ਬਿਲਕੁਲ। ਤੇ ਜੇ ਥਣ ਘਟ ਜੇ ਤੇ ਉਹਨੂੰ ਤੁਸੀਂ 5 ਕਿਲੋ ਨਿੰਬੂ ਪਾ ਦਿਓ, 2 ਕਿਲੋ ਨਮਕ ਪਾ ਦਿਓ, 2 ਕਿਲੋ ਚੀਨੀ ਪਾ ਕੇ ਉਹਨੂੰ ਢੱਕ ਦਿਓ। ਉਹ 15 ਕੁ ਦਿਨ ਬਾਅਦ ਉਹਨੂੰ ਦੇਣਾ ਸ਼ੁਰੂ ਕਰ ਦਿਓ, ਉਹ ਗਲ ਜੇਗਾ। ਠੀਕ ਹੈ। ਜਿਹੜਾ ਤੁਸੀਂ ਦੱਸ ਰਹੇ ਹੋ 5 ਕਿਲੋ ਨਿੰਬੂ ਔਰ 2-2 ਕਿਲੋ, ਇਹਦੇ ਵਿੱਚ ਕੋਈ ਹੋਰ ਚੀਜ਼ ਵੀ ਪਾਣੀ ਹੈ? ਨਹੀਂ, ਇਹ ਤਿੰਨ ਚੀਜ਼ਾਂ। ਤੇ ਇਹ ਕਿਆ ਡੰਗਰ ਨੂੰ ਅਸੀਂ ਖਵਾ ਸਕਦੇ ਹਾਂ ਹਾਰਡ ਫਾਰਮ 'ਚ ਨੇ? ਮਤਲਬ ਸੁੱਕੀ ਚੀਜ਼ ਹੈ ਇਹ, ਕਿਆ ਲਿਕਵਿਡ ਦੀ ਸ਼ਕਲ ਜਾਂ ਪਾਣੀ ਦੀ ਸ਼ਕਲ ਤਿਆਰ ਕਰ ਲੇਗੀ? ਹਾਂ, ਪਾਣੀ ਦੀ ਸ਼ਕਲ ਹੋ ਜਾਏਗੀ, ਕਿਉਂਕਿ ਜਦੋਂ ਇਹ ਨਿੰਬੂ ਨਮਕ ਲੱਗਦਾ ਤੇ ਫਿਰ ਉਹ ਪਾਣੀ ਛੱਡਦਾ। ਅੱਛਾ। ਉਹ ਜਿਹੜਾ ਪਾਣੀ ਹੁੰਦਾ ਫਿਰ ਉਹ ਨਾਲ ਨਾ ਦੇਣਾ ਪੈਂਦਾ। ਜਿਹੜੇ ਨਿੰਬੂ ਹੁੰਦੇ ਨੇ ਉਹਨਾਂ ਨੂੰ ਘੁੱਟ ਕੇ ਮੋਟਰ ਨਾਲ ਦੇਣੇ ਪੈਂਦੇ। ਤੇ ਉਹ ਨਿੰਬੂ ਛਿਲਕੇ ਸਮੇਤ ਹੀ ਅੰਦਰ ਸੁੱਟ ਛੱਡਣਾ? ਲੇਕਿਨ ਇਹ ਛੋਟਿਆਂ ਨੂੰ ਦੇਣ ਦਾ ਤੇ ਫਾਇਦਾ ਕੋਈ ਨਹੀਂ। ਦੁੱਧ ਵਾਲੇ ਡੰਗਰ? ਹਾਂ, ਦੁੱਧ ਵਾਲੇ ਡੰਗਰ ਦਾ ਜਿਹਦਾ ਥਣ ਖਰਾਬ ਹੋਏ ਉਹਨੂੰ ਦੇਣਾ ਚਾਹੀਦਾ। ਆਂਦੇ ਨੇ ਬਜ਼ੁਰਗ ਕਿ ਇਹੋ ਜਿਹਾ ਕਾੜਾ ਸੂਣ ਵਾਲੇ ਡੰਗਰ ਨੂੰ ਸੂਣ ਤੋਂ ਪਹਿਲੇ ਦੇ ਛੜੀਏ ਤਾਂ ਉਹਨੂੰ ਥਣ ਦਾ ਨੁਕਸ ਹੀ ਨਹੀਂ ਹੁੰਦਾ। ਤੁਸੀਂ ਕੀ ਕਹਿੰਦੇ ਹੋ? ਬਿਲਕੁਲ ਇੰਝ ਹੀ ਹੈ ਕਿ ਜਦੋਂ ਉਹ ਥਣ ਨੂੰ ਖਰਾਬ ਹੋਏ ਨਾ, ਕੋਈ ਵੀ ਥਣ ਜਿਹਦਾ ਪਹਿਲੇ ਖਰਾਬ ਹੋਏ ਉਹਨੂੰ ਦੇ ਲਓ ਕੋਈ 5 ਕਿਲੋ ਦਾ ਨੁਕਸਾ ਬਣਾ ਕੇ। ਅੱਛਾ। ਤੇ ਫਿਰ ਉਹ ਜਿਹੜਾ ਥਣ ਹੈ ਨਾ ਉਹ ਅੱਗੇ ਨਾਲੋਂ ਜ਼ਿਆਦਾ ਹੋ ਜਾਏਗਾ ਤੇ ਜ਼ਿਆਦਾ ਦੁੱਧ ਹੋਏਗਾ। ਠੀਕ ਹੋ ਜਾਏਗਾ ਇਨਸ਼ਾਅੱਲਾ। ਤੇ ਸਰ ਜੀ, ਸੂਣ ਵਾਲੇ ਡੰਗਰ ਨੂੰ ਕਿੰਨੇ ਇੱਕ ਦਿਨ ਪਹਿਲੇ ਇਹ ਦੇਣਾ ਚਾਹੀਦਾ? 1 ਮਹੀਨਾ ਪਹਿਲੇ ਸ਼ੁਰੂ ਕਰ ਦੇਣਾ ਚਾਹੀਦਾ। ਤੇ ਜੇ ਉਹਦੇ ਕਿਸੇ ਨਾਮ ਪਤਾ ਹੋਏ ਔਰ ਉਹਦਾ ਡੰਗਰ ਕਰੀਬ ਪਹੁੰਚਾ ਹੈ, ਕਿਆ ਉਹਨੂੰ ਦਿੱਤਾ ਜਾ ਸਕਦਾ? 15 ਦਿਨ ਪਹਿਲੇ ਦੇ ਸਕਦੇ ਹੋ। ਅੱਛਾ। ਹਾਂਜੀ। ਤੇ ਇੱਕ ਵਕਤ 'ਚ ਸਾਰਾ ਉਹਨੂੰ ਖਿਲਾ ਛੱਡਣਾ ਜਾਂ ਵਕਫੇ ਨਾਲ? ਨਹੀਂ, ਰੋਜ਼ ਦੋ ਨਾ। ਰੋਜ਼ ਦੋ ਨਾਲਾ। ਠੀਕ ਹੈ, ਠੀਕ ਹੋ ਗਿਆ। ਅੱਛਾ, ਜਿਹੜੇ ਥਣ ਦੇ ਸਾਰੇ ਮਸਾਇਲ ਨੇ ਇਹ ਚੰਦਰੀ ਜਾਂ ਸਾੜੂ ਤੋਂ ਨਿਕਲਦੇ ਨੇ? ਸਾਹਿਬ ਜੀ, ਜਦੋਂ ਚੰਦਰੀ ਪੈ ਜਾਂਦੀ ਹੈ ਨਾ ਜੀ, ਸਾੜੂ ਦੇ ਨਾਲ ਫਿਰ ਮਿੰਦ ਕੇ ਅੱਗੋਂ ਬੰਦ ਹੋ ਜਾਂਦਾ ਥਣ। ਜਿਹੜੀ ਉਹ ਮੀਟਗੀ ਹੁੰਦੀ ਹੈ ਥੱਲੇ ਮੂੰਹ ਸੂੜੀ ਬਣ ਜਾਂਦੀ ਹੈ। ਅੱਛਾ, ਮੂੰਹ ਸੜੀ। ਹਾਂ, ਉਹ ਮੂੰਹ ਸੜੀ ਜਿਹੜੀ ਹੈ ਨਾ ਫਿਰ ਮਿੰਦ ਕੇ ਦੁੱਧ ਨਹੀਂ ਨਾ ਨਿਕਲਦਾ। ਫਿਰ ਜਦੋਂ ਮਿੰਦਣਾ ਨਾ ਥਣ ਤੇ ਫਿਰ ਅੰਦਰੋਂ ਸੁੱਜ ਜਾਂਦਾ। ਠੀਕ ਹੈ। ਉਹ ਫਿਰ ਜਦੋਂ ਅੰਦਰੋਂ ਸੋਜ ਹੁੰਦੀ ਫਿਰ ਚੰਦਰੀ ਪੈ ਜਾਂਦੀ। ਨਾੜ ਕੀ ਚੀਜ਼ ਹੈ? ਨਾਲ ਇਹ ਅੰਦਰੋਂ ਗਦੂਦ ਕੋਈ ਇਹ ਮੌਲੇ ਜਾਂਦਾ। ਅੱਛਾ, ਤੁਹਾਡੇ ਤਜਰਬੇ 'ਚ ਕੀ ਆਉਂਦਾ ਹੈ ਕਿ ਵਾਕਈ ਕੋਈ ਨਾੜ ਉਤਰਦੀ ਹੈ ਜਾਂ ਇਹ ਚਰਬੀ ਵੱਧਦੀ ਹੁੰਦੀ ਹੈ? ਨਹੀਂ, ਚਰਬੀ ਨਹੀਂ, ਇਹ ਨਾੜ ਹੁੰਦੀ। ਅੱਛਾ, ਨਾੜ ਜੀ ਕੋ ਉਤਰ ਜਾਂਦੀ ਹੈ। ਅਗਰ ਜੇ ਚਰਬੀ ਹੋਏ ਨਾ ਤੇ ਚਰਬੀ ਇਨਸਾਨ ਕੋ ਜ਼ੋਰੇ ਨਾ ਕਿ ਕੋਈ ਤਾਕਤ ਨਾ ਕੱਢ ਸਕਦਾ। ਅੱਛਾ। ਹਾਂ, ਨਾੜ ਨਹੀਂ ਨਿਕਲਦੀ। ਠੀਕ ਹੈ, ਯਾਨੀ ਉਹਦੇ ਵਿੱਚ ਵੱਜੀ ਹੁੰਦੀ ਉੱਤੇ ਦਾ ਵਿੱਚ ਉੱਤੇ ਉਹਦਾ ਗੰਢ ਵੱਜੀ ਹੁੰਦੀ ਤੇ ਕਨੈਕਸ਼ਨ ਹੁੰਦਾ ਉਹਦਾ। ਠੀਕ ਹੋ ਗਿਆ। ਤੇ ਇਹਦਾ ਕੋਈ ਇਲਾਜ ਹੈ ਵੀ ਜਾਂ ਨਾੜ ਆਈ? ਕੋਈ ਇਲਾਜ ਨਹੀਂ। ਠੀਕ ਹੋ ਗਿਆ। ਅੱਛਾ, ਇਹ ਦੱਸਿਓ ਕਿ ਅਗਰ ਉਹਦੇ ਥਣ ਦੇ ਨੂੰ ਚੋਨੇ ਆ ਤੇ ਉਹ ਫੁਹਾਰੇ ਬਣਦੇ ਨੇ, 2-3 ਉਹਦੀਆਂ ਧਾਰਾਂ ਬਣਦੀਆਂ ਨੇ, ਉਹ ਕੀ ਬਿਮਾਰੀ ਹੈ ਔਰ ਉਹਦਾ ਇਲਾਜ ਕੀ ਹੈ? ਉਹ ਮੂੰਹ ਸੜੀ ਸਾਹਿਬ ਜੀ, ਜਦੋਂ ਮੂੰਹ ਸੜੀ ਪੈਂਦੀ ਨਾ ਉਹਦੇ ਤੋਂ ਬਾਅਦ ਫਿਰ ਥਣ ਖਰਾਬ ਹੁੰਦਾ ਵੇ। ਲੇਕਿਨ ਇਹ ਕਿ ਜਦੋਂ ਉਹ ਫੁਹਾਰਾ ਬਣਦਾ, ਉਹ ਲੌਂਗ ਲੈ ਕੇ ਉਹਨੂੰ ਘੜ ਲਵੋ, ਘੜ ਕੇ ਉਹਨੂੰ ਤੇਲ ਲਾ ਕੇ ਥੱਲੇ ਚਾੜ ਦਿਓ। ਅੱਛਾ। 2 ਦਿਨ ਚਾੜੋ ਤੇ ਥਣ ਠੀਕ ਹੋ ਜਾਏ। ਠੀਕ ਹੋ ਗਿਆ। ਇਨਸ਼ਾਅੱਲਾ। ਥਣ ਜਿਹੜਾ ਵੇ ਉਹ ਮੁਕੰਮਲ ਸਾਫ਼ ਕਰੀਏ ਜਾਂ ਉਹਦੇ ਵਿੱਚ ਕੋਈ ਦੁੱਧ ਰਹਿਣ ਦਈਏ? ਇਹਦੇ ਧਾਰ ਨਹੀਂ ਰਹਿਣ ਦੇਣੀ। ਧਾਰ ਰਹੀ ਤੇ ਥਣ ਸੁੱਜੇਗਾ। ਠੀਕ ਹੋ ਗਿਆ। ਬਾਜ਼ ਔਕਾਤ ਥਣ ਜਦੋਂ ਸੁੱਜਦਾ ਤੇ ਮੋਟਾ ਹੁੰਦਾ ਹੈ, ਲੋਕ ਉਹਨੂੰ ਦਬਾਉਂਦੇ ਰਹਿੰਦੇ ਨੇ, ਉਹ ਚੰਦਰੀ ਬਣ ਜਾਂਦੀ। ਉਹ ਚੰਦਰੀ ਬਣ ਜਾਂਦੀ ਹੈ। ਗਲ ਵੱਡੀ ਕੀ ਬਿਮਾਰੀ ਹੈ? ਗੱਲ ਵੱਡੀ ਉੱਤੇ ਹੁੰਦੀ ਹੈ, ਥਣ ਦੇ ਉਤਲੀ ਸਾਈਡ ਦੇ ਬਹਾਨੇ ਦੇ ਨਾਲ ਬਿਲਕੁਲ। ਅੱਛਾ। ਉਹ ਗੰਦਗੀ ਦੀ ਵਜ੍ਹਾ ਤੋਂ ਹੁੰਦੀ ਹੈ। ਤੇ ਉਹਦਾ ਕੀ ਇਲਾਜ ਕਰੀਏ? ਉਹਦਾ ਇਲਾਜ ਦੇਸੀ ਪਿਆਜ਼ ਲੈ ਕੇ ਤੇ ਉਹਨੂੰ ਸਾੜ ਲਵੋ, ਕੋਈ ਕਿਲੋ ਘਿਓ ਦੇ ਵਿੱਚ ਪਾ ਕੇ ਪਿਆਜ਼ ਹੋਏ, ਬਾਅਦ 'ਚ ਉਹਦੀ ਮਿਕਸ ਕਰਕੇ ਚੰਗੀ ਤਰ੍ਹਾਂ ਮਿਕਸ ਕਰ ਦਿਓ। ਉਹ 15-20 ਦਿਨਾਂ 'ਚ ਜ਼ਖਮ ਸਹੀ ਹੋ ਜਾਵੇ। ਦੁੱਧ ਦੇ ਉੱਤੇ ਹੀ ਡੰਗਰ ਦਾ ਸਾਰਾ ਦਾਰਮਦਾਰ ਹੈ। ਇੱਕ ਬੰਦਾ ਇੰਨਾ ਕੁ ਪਰੇਸ਼ਾਨ, ਉਹਨੇ ਕਿਹਾ ਜੀ ਮੇਰੇ ਜਾਨਵਰ ਦਾ ਦੁੱਧ ਘਟ ਗਿਆ, ਸਮਝ ਨਹੀਂ ਆਈ ਕਿਉਂ ਘਟਿਆ, ਸਾਨੂੰ ਕੋਈ ਵਜ੍ਹਾ ਦੱਸੋ ਜਾਂ ਕੋਈ ਇਲਾਜ ਦੱਸੋ, ਕੀ ਕਰੀਏ? ਅਗਰ ਜਾਨਵਰ ਦਾ ਦੁੱਧ ਘਟ ਜਾਏ ਤੇ ਕੀ ਵਜੂਹਾਤ ਹੋ ਸਕਦੀਆਂ ਨੇ? ਨਹੀਂ, ਕਈ ਜ਼ਿਆਦਾ ਉਮਰ ਹੋ ਗਈ ਹੁੰਦੀ ਹੈ ਸੂਈ ਨੂੰ ਤੇ ਫਿਰ ਉਹ ਜ਼ਾਹਿਰੀ ਬਾਤ ਉਹਨੇ ਘਟਣਾ ਹੀ ਹੁੰਦਾ। ਨਹੀਂ, ਇੱਕ ਸਜਰੀ ਮੱਝ ਹੈ, ਉਹਨੇ ਬੱਚਾ ਦਿੱਤਾ ਹਲੇ
ਹਫਤੇ ਡੇਢ ਬਾਅਦ ਮਹੀਨੇ ਬਾਅਦ ਉਹ ਦੁੱਧ ਘਟਣਾ ਸ਼ੁਰੂ ਹੋ ਜਾਂਦਾ, ਉਹਦੀ ਕੋਈ ਵਜੂਹਾਤ ਹੁੰਦੀਆਂ ਨੇ ਕਿ ਬਿਮਾਰੀ ਹੈ, ਪੱਠੇ ਦਾ ਮਸਲਾ ਹੈ, ਕੀ ਵਜ੍ਹਾ ਹੈ? ਉਹ ਇਹ ਹੁੰਦੀ ਹੈ ਨਾ ਕਿ ਜਦੋਂ ਡੰਗਰ ਤਾਜ਼ਾ ਸੂੰਦਾ ਹੈ ਨਾ ਤੇ ਇਹਨਾਂ ਦਾ ਕੰਮ ਹੁੰਦਾ ਹੈ ਫਟਾਫਟ ਵੰਡਾ ਪਾਈ ਜਾਂਦੇ ਨੇ। ਵੰਡਾ ਨਹੀਂ ਪਾਉਣਾ ਚਾਹੀਦਾ। ਅੱਛਾ। ਹਾਂ, ਵੰਡਾ ਉਹਨੂੰ 15 ਕੁ ਦਿਨ ਜਿੰਨੀ ਦੇਰ ਤੱਕ ਉਹ ਅੱਟ ਨਾ ਸੁੱਟੇ, ਲਹੂ ਸ਼ੁਰੂ ਨਾ ਹੋਏ, ਫਿਰ ਉਹਨੂੰ ਸੁੱਕਾ ਵੰਡਾ ਪਾਓ 2-4 ਦਿਨ ਬਾਅਦ, ਫਿਰ ਭੇਕ ਵੰਡਾ ਪਾਓ। ਕਿਉਂ ਜੀ ਕੁਝ ਸਰ ਇੱਥੇ ਇੱਕ ਸਵਾਲ ਹੈ ਕਿ ਕੁਝ ਲੋਕਾਂ ਦੇ ਜਾਨਵਰ ਥੋੜਾ ਜਿਹਾ ਘੱਟ ਸੌਂਦੇ ਨੇ ਜਾਂ ਉਹਨਾਂ ਦੇ ਅੰਦਰ ਕੋਈ ਨੁਕਸ ਰਹਿ ਜਾਂਦਾ ਹੈ, ਉਹ ਆਪਣੀ ਹੈਸੀਅਤ ਦੇ ਮੁਤਾਬਕ ਦੁੱਧ ਨਹੀਂ ਦੇ ਪਾਉਂਦੇ। ਉਹਨਾਂ ਨੂੰ ਆਪਣੀ ਹੈਸੀਅਤ ਦੇ ਮੁਤਾਬਕ ਦੁੱਧ ਤੇ ਲਿਆਉਣ ਵਾਸਤੇ ਉਹਨਾਂ ਨੂੰ ਕੀ ਦਿੱਤਾ ਜਾਏ ਕਿ ਉਹ ਦੁੱਧ ਆਪਣਾ ਨਾਰਮਲ ਜਿੰਨਾ ਉਹਨਾਂ ਸਾਲ 'ਚ ਦੇਣਾ ਸੀ ਉਹਨਾਂ ਦੇਣ? ਉਹ ਦੁੱਧ ਦੇ ਵਿੱਚ ਪਾ ਕੇ ਗਲਕੰਦ ਦੇਈ ਜਾਓ ਤੇ ਉਹਦੇ ਨਾਲ ਠੀਕ ਹੋ ਜਾਏਗਾ। ਕਿੰਨਾ ਕੁ ਚਿਰ ਦੇਣ? 2 ਕਿਲੋ ਗਲਕੰਦ ਦੇਣੀ ਚਾਹੀਦੀ ਇੱਕ ਡੰਗਰ ਨੂੰ। ਅੱਛਾ। ਹਾਂ, ਪਰ ਲੇਕਿਨ ਰੋਜ਼ ਪਾ ਕੇ ਦੇਣੀ ਚਾਹੀਦੀ ਹੈ। ਮੈਂ ਤੇ 2 ਕਿਲੋ ਇੱਕ ਦਿਨ ਚ ਦੇਣਾ। ਹਾਂ ਯਾਨੀ ਵਕਫਾ ਹਾਂ, ਕਰਕੇ ਪਾ ਜਿਹੜੀ ਬੇਬਾ ਹੈ ਪਾ ਫਿਰ ਚਾਹੇ ਨਾਰਮਲ ਹੋ ਜਾਏਗਾ ਇਨਸ਼ਾਅੱਲਾ। ਤੇ ਅਗਰ ਕਿਸੇ ਡੰਗਰ ਨੂੰ ਮਤਲਬ ਕਈ ਲੋਕ ਆਉਂਦੇ ਨੇ ਕਿ ਅਸੀਂ ਵੰਡਾ ਪਾਉਂਦੇ ਹਾਂ ਤੇ ਉਹ ਜਿਹੜਾ ਦੁੱਧ ਤੇ ਫਰ ਚਲੋ ਸਾਧਾਰਨ ਤਾਕਤ ਆਏਗੀ, ਲੇਕਿਨ ਉਹ ਪਾਰਟੀਆਂ ਯਾਨੀ ਕਿ ਉਹਨਾਂ ਨੂੰ ਲੱਗ ਜਾਂਦੇ ਨੇ, ਪੇਚਸ ਲੱਗ ਜਾਂਦੇ ਨੇ, ਵਾਹ ਲੱਗ ਜਾਂਦਾ ਹੈ, ਉਹ ਕਿਸ ਤਰ੍ਹਾਂ ਹੱਲ ਹੋਏ ਮਸਲਾ? ਕਈ ਲੋਕਾਂ ਦੇ ਡੰਗਰਾਂ ਨੂੰ ਵੰਡੇ ਨਾਲ ਵਾਹ ਲੱਗ ਜਦੋਂ ਠੀਕ ਹੀ ਨਹੀਂ ਹੁੰਦਾ, ਉਹ ਦਵਾਈਆਂ ਕਰਦੇ ਰਹਿੰਦੇ ਨੇ, ਉਹ ਕੀ ਇਲਾਜ ਕਰਨ? ਉਹਨਾਂ ਨੂੰ ਜ਼ਹਿਰ ਹੋ ਜਾਂਦਾ ਅੰਦਰ। ਉਹਦਾ ਫਿਰ ਕੀ ਕਰਨ? ਉਹਦਾ ਕੋਈ ਇਲਾਜ ਨਹੀਂ, ਉਹ ਪਾਣਾ ਹੀ ਨਹੀਂ ਚਾਹੀਦਾ ਵੰਡਾ। ਉਹਨੂੰ ਜਿਹੜਾ ਡੰਗਰ ਜਿੰਨਾ ਪਚਾਏ ਉਹਨਾਂ ਦੇਣਾ ਚਾਹੀਦਾ। ਖਾਸ ਕਰ ਗਾਈਆਂ ਨੂੰ ਇਹ ਮਸਲਾ ਹੁੰਦਾ ਕਿ ਉਹਨਾਂ ਨੂੰ ਇਹ ਵਾਹ ਵਾਲਾ ਮਸਲਾ ਲੱਗ ਜਾਂਦਾ ਹੈ ਤੇ ਫਿਰ ਬਾਅਦ ਚ ਲੋਕ ਦਵਾਈਆਂ ਕਰਦੇ ਰਹਿੰਦੇ ਨੇ, ਉਹ ਠੀਕ ਨਹੀਂ ਹੁੰਦਾ। ਲੇਕਿਨ ਦਵਾਈਆਂ ਸਾਰੇ ਆਪਣਾ ਆਪਣਾ ਅਸੀਂ ਹੁਣ ਜਿਹਨੂੰ ਦਿੰਦੇ ਸਹੀ ਹੋ ਜਾਂਦਾ, ਲੇਕਿਨ ਇਹ ਆਪਣਾ ਆਪਣਾ ਸਾਰਿਆਂ ਦਾ ਫੇਲ ਹੈ। ਅੱਛਾ। ਹਾਂ ਇਨਸ਼ਾਅੱਲਾ ਅਸੀਂ ਤੇ ਉਂਝ ਸੌਂਫ ਦਿੰਦੇ ਆ, ਪੱਤੀ ਚ ਪਾ ਕੇ ਸਹੀ ਹੋ ਜਾਂਦਾ। ਇੱਕ ਇਹਦੇ ਨਾਲ ਹੀ ਮੁਨਸਲਿਕ ਸਵਾਲ ਹੈ, ਕਈ ਡੰਗਰ ਉੱਤੇ ਬਾਹਰ ਕਰ ਦਿੰਦੇ, ਕਈ ਬੰਦ ਹੋ ਜਾਂਦੇ ਨੇ, ਔਰ ਐਸਾ ਬੰਦ ਹੁੰਦੇ ਨੇ ਕਿ ਟੀਕੇ ਲਾਇਆ ਔਰ ਸੀਰ ਪੰਪ ਲਾਇਆ ਵੀ ਨਹੀਂ ਛੁੜਕਦੇ, ਉਹਨਾਂ ਨੂੰ ਕੀ ਕਰੀਏ? ਬੰਦ ਜਿਹੜਾ ਜਾਨਵਰ ਹੁੰਦਾ ਨਾ ਉਹਨੂੰ ਟੀਕਾ ਤੇ ਖੋਲ ਹੀ ਨਹੀਂ ਸਕਦਾ। ਉਹਨੂੰ ਫਿਰ ਕੀ ਖੋਲੇ? ਉਹਨੂੰ ਇਹ ਅੰਗੂਰੀ ਸਿਰਕਾ ਹੁੰਦਾ ਹੈ। ਅੱਛਾ। ਉਹਨੂੰ ਨਮਕ ਪਾ ਕੇ ਤੇ ਪੂਰੀ ਬੋਤਲ ਇੰਜ ਕਰਕੇ ਉਹਦੇ ਮੂੰਹ 'ਚ ਪਾ ਦਿਓ, 15-20 ਮਿੰਟਾਂ 'ਚ ਛੁੜਕ ਜਾਏਗਾ। ਅੰਗੂਰੀ ਸਿਰਕੇ ਨਾਲ ਇੱਕ ਬੋਤਲ ਕਾਫੀ ਹੈ? ਇੱਕ ਬੋਤਲ ਬੇਗਾ। ਤੇ ਅਗਰ ਫੇਰ ਵੀ ਨਾ ਛੁੜਕੇ ਤੇ? ਫੇਰ ਨਾ ਛੁੜਕੇ ਤੇ ਫਿਰ ਮੌਲਾ ਨਾਲ ਹੀ ਕੋਈ ਇਤਰਾਜ਼ ਕਰਨਾ ਜੀ। ਅੱਛਾ। ਹਾਂ ਬਿਲਕੁਲ ਠੀਕ ਹੋ ਗਿਆ। ਅੱਛਾ, ਇਹ ਦੱਸਿਓ ਕਿ ਬਾਜ਼ਕਤ ਜਾਨਵਰ ਛੋਟਾ ਇੱਕ ਚਮਚ ਪਾ ਲੈਣਾ ਜ਼ਰੂਰ ਵਿੱਚ ਠੀਕ ਸਿਰਕੇ 'ਚ। ਜਾਨਵਰ ਲੋਕ ਬਹੁਤ ਸ਼ਿਕਾਇਤ ਕਰਦੇ ਨੇ ਹੀਟ 'ਚ ਨਹੀਂ ਆਉਂਦੇ, ਕਿਸ ਤਰ੍ਹਾਂ ਜਾਨਵਰ ਨੂੰ ਹੀਟ 'ਚ ਲਾਈਏ? ਸਾਡੇ ਆਪਣੇ ਨਹੀਂ ਆਉਂਦੇ, ਜਦੋਂ ਲੇਟ ਆਉਂਦੇ ਨੇ ਫਿਰ ਨੁਕਸੇ ਦਈਏ ਤੇ ਫਿਰ ਆਈ ਜਾਂਦੇ ਨੇ। ਕਿਹੜੇ ਕਿਹੜੇ ਨੁਕਸੇ ਲਾਈਏ? ਪਿਆਜ਼ ਦਈ ਜਾਂਦੇ ਆ ਅਸੀਂ, ਪਿਆਜ਼ ਜਿਹੜਾ ਨਾ ਸਰਦੀਆਂ 'ਚ ਜ਼ਰੂਰ ਦੇਣਾ। ਅੱਛਾ। ਹਾਂ, ਇੱਕ ਦਿਨ ਛੱਡ ਕੇ ਦੂਜੇ ਦਿਨ ਅਸੀਂ ਪਿਆਜ਼ ਇੱਕ ਡੰਗਰ ਨੂੰ ਅੱਧਾ ਕਿਲੋ ਦੇਣੇ। ਅੱਧਾ ਕਿਲੋ ਪਿਆਜ਼ ਉਹ ਸ਼ਾਮ ਨੂੰ ਜਾਂ ਸਵੇਰ ਜਦੋਂ ਮਰਜ਼ੀ ਦੇ? ਪਾ ਗੁੜ। ਪਾ ਗੁੜ ਅੱਧਾ ਕਿਲੋ ਪਿਆਜ਼ ਹਾਂ, ਇੱਕ ਦਿਨ ਛੱਡ ਕੇ ਦੂਜੇ ਦਿਨ ਦੇਣਾ। ਪਿਛਾਂ ਬਣਨ ਲੱਗਿਆ? ਹਾਂ, ਜਦੋਂ ਪਾਣੀ ਖਾਣੀ ਡਾਗ ਅੰਦਰ ਬਣਨੀ ਹੈ, ਲੇਕਿਨ ਇਹ ਕਿ ਫਿਰ ਉਹ ਗਰਮ ਹੁੰਦਾ ਨਾ, ਹੀਟ ਅਪ ਹੋ ਜਾਂਦਾ। ਠੀਕ ਹੈ। ਬਾਜ਼ਕਤ ਜਾਨਵਰ ਹੀਟ 'ਚ ਆਈ ਜਾਂਦਾ ਹੈ ਔਰ ਬਣ ਵੀ ਜਾਂਦਾ ਹੈ, ਲੇਕਿਨ ਫਿਰ ਜਾਂਦਾ ਹੈ। ਇਹ ਮੁਕੱਦਰ ਹੁੰਦੇ ਨੇ ਆਪਣੇ, ਉਹਦਾ ਕੋਈ ਇਲਾਜ ਨਹੀਂ ਹੈ? ਕੋਈ ਇਲਾਜ ਨਹੀਂ। ਅੱਛਾ, ਸਹੀ ਹੋ ਗਿਆ। ਅੱਛਾ, ਇਹ ਦੱਸਿਓ ਕਿ ਜਾਨਵਰਾਂ ਨੂੰ ਅਗਰ ਕਿਸੇ ਦਾ ਸਿੰਗ ਟੁੱਟ ਜੇ, ਜ਼ਖਮ ਹੋ ਜਾਂਦਾ ਹੈ, ਸਿੰਗ ਦਾ ਪੂਰਾ ਉਹ ਗਲੀ ਜਿਹੜੀ ਨਿਕਲ ਆਉਂਦੀ ਹੈ ਜਾਂ ਦੁਮ ਘਟ ਕਰਦੀ ਹੈ, ਇਹੋ ਜਿਹੇ ਜਿਹੜੇ ਜ਼ਖਮ ਹੁੰਦੇ ਨੇ ਮਹਿਸੂਸ, ਕਿਉਂਕਿ ਸਿੰਗ ਵੀ ਸ਼ਿੰਗਾਰ ਹੈ ਤੇ ਪੂਛਲ ਵੀ ਸ਼ਿੰਗਾਰ ਹੈ ਜਾਨਵਰ ਦਾ, ਇਹਦੇ 'ਚ ਅਗਰ ਕੋਈ ਮਸਲਾ ਬਣਿਆ ਤੇ ਕੀ ਉਹਨਾਂ ਦੇ ਉੱਤੇ ਨੁਸਖਾ ਲਾਈਏ ਤਾਂ ਕਿ ਠੀਕ ਹੋ ਜਾਣ? ਸਬਜ਼ੀ ਹੋਣ ਤੇ ਇੱਕ ਗ੍ਰਿਪ ਮਿਲੀ ਹੈ, ਉਹ ਇੰਨੀ ਕੁ ਸਾਰੀ ਰਬੜ ਹੁੰਦੀ ਹੈ, ਜੇ ਅਗਰ ਖਰਾਬ ਹੋਈ ਹੈ ਨਾ ਪੂਛਲ, ਅੱਛਾ, ਤੇ ਉਹਨੂੰ ਇੰਜ ਕਰਕੇ ਉਹ ਸਕੰਜੇ ਨਾਲ ਬਣ ਇੰਜ ਕਰਕੇ ਚੜ ਜਾਂਦੀ ਹੈ, ਜਿੱਥੇ ਜਿੰਨੀ ਖਰਾਬ ਹੋਏ ਹਾਂ, ਉਹ ਫਿਰ ਉਨੀ ਲਾਹੜਦੀ ਹੈ। 5-7 ਦਿਨਾਂ ਜੋ ਇੱਕ ਸਬਲ ਜਾਮ ਨੂੰ ਜਿਹੜੀ ਸਪਰੇਅ ਹੁੰਦੀ ਹੈ, ਅੱਛਾ, 2-4 ਦਿਨ ਲਾਈਏ ਜ਼ਖਮ ਸਹੀ ਹੋ ਤੇ ਜਾਂਦਾ। ਉਹ ਆਮ ਦੁਕਾਨਾਂ ਤੋਂ ਮਿਲ ਜਾਂਦੀ ਗ੍ਰਿਪ ਜਿਹੜੀ? ਆਮ ਦੁਕਾਨ ਤੋਂ ਨਹੀਂ ਮਿਲਦੀ, ਉਹ ਕਿੱਥੋਂ ਲੱਭੇਗੀ ਗ੍ਰਿਪ? ਸ਼ਹਿਰੋਂ ਮਿਲੇ, ਸਿਆਲਕੋਟ। ਠੀਕ ਹੋ ਕਿਸੇ ਗਿਆ। ਵੀ ਡਾਕਟਰ ਵੱਡੇ ਕੋਲ ਲੈ ਲਓ। ਦੂਸਰੇ ਸ਼ਹਿਰਾਂ 'ਚ ਵੀ ਮੌਜੂਦ ਹੋਏਗੀ? ਹਾਂ, ਹਰ ਸ਼ਹਿਰ 'ਚ। ਠੀਕ ਹੈ। ਤੇ ਜਿਹੜਾ ਸਿੰਗ ਅਗਰ ਟੁੱਟ ਜੇ, ਆਪਸ 'ਚ ਜਾਨਵਰ ਭਿੜਦੇ ਨੇ ਤੇ ਉਹ ਨਿਕਲ ਆਉਂਦਾ ਉਹਦਾ, ਤੇ ਉਹਦਾ ਫਿਰ ਕੀ ਇਲਾਜ ਕਰੀਏ? ਥੱਲਿਓਂ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ? ਗੁੱਲੀ ਨਿਕਲ ਆਉਂਦੀ ਸਾਰੀ, ਉਤੋਂ ਸਿੰਘ ਜੋ ਖੋਲ ਲੈ ਜਾਂਦਾ। ਹੂੰ। ਉਹ ਮੇਰਾ 2-4 ਵਾਰੀ ਡੰਗਰ ਦਾ ਟੁੱਟਾ ਤੇ ਮੈਂ ਉਹਨੂੰ ਲਪੇਟ ਛੜਿਆ ਟਾਕੀ ਦੇ ਨਾਲ, ਘੁੱਟ ਕੇ ਮੱਖੀ ਨਾ ਬੇ ਉੱਤੇ, ਅੱਛਾ, ਰੋਜ਼ ਤੇਲ ਕਾਲਾ ਸੜਿਆ ਪਾਈ ਗਿਆ, 5-7 ਦਿਨਾਂ 'ਚ ਠੀਕ ਹੋ ਜਾਂਦਾ। ਖੁਦਾ ਨਾ ਹਾਸਤਾ ਜਾਨਵਰ ਕੋਈ ਕਿੱਲ ਲੰਘਾਈ ਜਾਂਦਾ, ਛਾਪਰ ਲਗਾਈ ਜਾਂਦਾ, ਕੀ ਕਰੀਏ? ਉਹ ਨਹੀਂ ਕੋਈ ਵੀ ਬੰਦਾ ਕਰ ਸਕਦਾ। ਅੱਛਾ। ਹਾਂ ਬਿਲਕੁਲ। ਤੇ ਕਿੱਲ ਅੰਦਰ ਜਾ ਕੇ ਕੋਈ ਐਸੀ ਦਵਾਈ ਹੈ ਨਹੀਂ ਕਿ ਗਲ ਜੇ? ਨਹੀਂ ਗੱਲ। ਜਿਹੜੀ ਮੱਝ ਤਰੂਈਏ ਉਹਦਾ ਕੀ ਇਲਾਜ ਕਰਨਾ ਚਾਹੀਦਾ? ਉਹਦਾ ਦੁੱਧ ਜਿਹੜਾ ਵੇ ਮੇਨਟੇਨ ਰਹੇ? ਉਹਨੂੰ ਉਹਦਾ ਹੀ ਦੁੱਧ 2-4 ਦਿਨ ਦੇਈ ਜਾਓ, ਮੁਕੱਦਰ ਆਪੋ ਲੈਣੇ ਜੀ, ਕਿਉਂਕਿ ਹਰ ਇਨਸਾਨ ਦੇ ਮੁਕੱਦਰ ਆਪੋ ਆਪਣੇ ਨੇ। ਬਿਲਕੁਲ। ਦੁੱਧ ਪੁੱਤਰ ਮੌਲਾ ਦਿੰਦਾ ਵੀ ਬੰਦਾ ਨਹੀਂ ਦੇ ਸਕਦਾ। ਕੀ ਬਾਤ ਹੈ, ਦੁੱਧ ਤੇ ਪੁੱਤਰ ਮੌਲਾ ਦਿੰਦਾ, ਬੰਦਾ ਨਹੀਂ ਦੇ ਸਕਦਾ। ਸਕਦਾ। ਸਹੀ ਹੈ। ਇੱਕ ਐਸਾ ਸਾਨੂੰ ਤਰੀਕਾ ਦੱਸੋ ਕਿ ਜਾਨਵਰ ਨੂੰ ਕਿਹੜਾ ਮਸਾਲਾ ਦਿੰਦੇ ਰਹੀਏ ਤਾਂ ਕਿ ਬਿਮਾਰ ਵੀ ਘੱਟ ਹੋਏ? ਆਖਰ ਤੇ ਪੁੱਛਾਂਗੇ ਇੱਕ ਮਸ਼ਵਰਾ ਤੁਹਾਨੂੰ, ਤੇ ਦੁੱਧੂ ਵੀ ਉਹ ਨਾ ਘਟੇ ਤਾਂ ਕਿ ਨੁਕਸਾਨ ਨਾ ਸਾਡੇ ਫਾਰਮਰ ਭਰਾ ਦਾ ਹੋਏ। ਤੁਹਾਡਾ ਕੀਮਤੀ ਮਸ਼ਵਰਾ ਹੋਏਗਾ, ਐਸਾ ਕੋਈ ਮਸਾਲਾ ਸਾਨੂੰ ਦੱਸੋ ਜਿਹੜਾ ਲਗਾਤਾਰ ਦਿੰਦੇ ਜਾਈਏ ਹੁਣ, ਜਿਸ ਤਰ੍ਹਾਂ ਮਿਰਚਾਂ, ਗੰਡੇ ਜਾਂ ਦਾਦਰ ਮਿਰਚ ਵਗੈਰਾ? ਤੇ ਪਿਆਜ਼ ਤੇ ਦਾਦਰ ਮਿਰਚ ਤੇ ਨਮਕ ਕਾਲਾ, ਠੀਕ ਹੈ। ਇਹ ਦੇਈ ਜਾਣਾ। ਗੁੜ, ਪਿਆਜ਼ ਤੇ ਨਮਕ ਕਾਲਾ ਨਮਕ ਤੇ ਦਾਦਰ ਮਿਰਚ? ਹਾਂ, ਦਾਦਰ ਮਿਰਚ 12 ਮਹੀਨੇ ਦੇ। ਕਿੰਨਾ ਵਿੱਚ ਮਿਕਦਾਰ ਰੱਖਦੇ ਹੋ? ਯਾਨੀ ਕਿ ਜਦੋਂ ਸੁੱਕਾ ਬਣਾਉਣਾ ਹੋਏ ਨਾ, ਮੂੰਹ 'ਚ ਮਲਣਾ ਹੋਏ ਸਿਰਫ, ਜੀ, ਤੇ ਫਿਰ ਦਾਦਰ ਮਿਰਚ ਤੇ ਨਮਕ ਸਿਰਫ ਵਿੱਚ ਥੋੜਾ ਜਿਹਾ ਮੈਂ ਤੁਮਾ ਲੈ ਲੈਣਾ, ਉਹ ਗ੍ਰੈਂਡ ਕਰਾ ਕੇ ਮੂੰਹ 'ਚ ਧਰਨਾ, ਉਹਨਾਂ ਪਾਣੀ ਝੱਗ 'ਚ ਵੱਧ ਮਿਕਦਾਰ ਦੱਸ ਦਿਓ। ਉਹ ਇਕੱਠਾ ਲੈ ਲਈਦਾ, ਕੋਈ 2-2 ਕਿਲੋ ਸੌਦਾ ਬਣਾ ਕੇ ਗ੍ਰੈਂਡ ਕਰਾ ਕੇ ਰੱਖ ਲਈਦਾ। ਉਹ ਫਿਰ ਉਹ ਚੁੰਡੀ ਆਈ ਨਹੀਂ ਫੜ ਕੇ ਮੂੰਹ 'ਚ ਧਰ ਦੇਈਦੀ, ਮੂੰਹ 'ਚੋਂ ਜ਼ਹਿਰ ਸਾਰਾ ਬਾਹਰ ਆਈ ਜਾਂਦਾ।
ਇਹ ਨੁਸਖਾ ਲਾਉਣ ਨਾਲ ਜਾਨਵਰ ਬਿਮਾਰ ਵੀ ਨਹੀਂ ਹੁੰਦੇ ਤੇ ਦੁੱਧੋਂ ਵੀ ਉਹ ਠੀਕ ਰਹਿੰਦੇ ਨੇ। ਮਾਸ਼ਾਅੱਲਾ ਅੱਲਾਹ ਦੇ। ਠੀਕ ਹੋ ਗਿਆ ਜੀ ਸਰ ਬਹੁਤ ਸ਼ੁਕਰੀਆ। ਸਰ ਲੋਕ ਤੁਹਾਨੂੰ ਚਾਹਣ ਵਾਲੇ ਪਸੰਦ ਕਰਨ ਵਾਲੇ ਤੁਹਾਡੀ ਗੱਲਬਾਤ ਜ਼ਰੂਰ ਪਸੰਦ ਕਰਨਗੇ ਸਾਨੂੰ ਉਮੀਦ ਹੈ। ਅਗਰ ਉਹ ਤੁਹਾਨੂੰ ਫੋਨ ਕਰਨ ਤੇ ਤੁਸੀਂ ਫੋਨ ਉਹਨਾਂ ਦਾ ਅਟੈਂਡ ਕਰ ਲੋਗੇ? ਇਨਸ਼ਾਅੱਲਾ ਕਿਉਂ ਨਹੀਂ, ਵੇਖ ਲਿਓ ਕਿਉਂਕਿ ਲੋਕ ਤੰਗ ਬੜਾ ਕਰਦੇ ਨੇ। ਕੋਈ ਗੱਲ ਨੰਬਰ ਆਪਣਾ ਸ਼ੇਅਰ ਕਰ ਦਿਓ। 0340 65 94 014। ਬਹੁਤ ਸ਼ੁਕਰੀਆ ਜਜ਼ਾਕੱਲਾ। ਤੁਹਾਡੀ ਅੱਲਾਹ ਤਾਲਾ ਦੀ ਇਹ ਜਿਹੜੀ ਤੁਸੀਂ ਗੱਲਬਾਤ ਕੀਤੀ ਹੈ ਅੱਲਾਹ ਕਬੂਲ ਫਰਮਾਏ। ਇਨਸ਼ਾਅੱਲਾ।